जो सिमरन करते ना मंजिल उनसे दूर, जो मन में ध्यान लगावे गुरु का फिर दूर नहीं हजूर। नमस्कार, आदाब, सत श्री अकाल आप सभी को। राधा स्वामी सत्संग व्यास से जुड़े इस खास सवाल जवाब प्रोग्राम में आप देखते हैं कि किस प्रकार खुलकर सभी साथ संगत सवाल करते हैं बाबा जी से, जिस पर बाबा जी बेबाकी से जवाब देते हुए सभी श्रद्धालुओं के ज्ञान चक्षु भी खोलते हैं। वहीं आज इस वीडियो में भी साथ संगत ने अनेकों सवाल किए, जैसे सत्य मार्ग, संपूर्ण भाव, सेवा, नामदान, जिम्मेवारी को लेकर क्या बोले बाबा जी, आप भी देखिए। ਕਿ ਧੀ ਨੂੰ ਆਪਣੇ ਪਿਤਾ ਕੋਲੋਂ ਕਦੀ ਕੁਝ ਮੰਗਣਾ ਚਾਹੀਦਾ ਜਾਂ ਨਹੀਂ? ਜਿੱਥੇ ਤੱਕ ਮੰਗਣ ਦਾ ਤਾਲੁਕ ਹੈ, ਮੰਗੀਏ ਭਾਵੇਂ ਜੋ ਮਰਜ਼ੀ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਗੀ। ਮਗਰ ਨਾਲ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈਗਾ ਕਿ ਸਾਨੂੰ ਮੰਗਣ ਦੀ ਲੋੜ ਹੈ, ਕਿਉਂਕਿ ਬੇਟਾ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਮਾਲਿਕ ਜਾਨੀ ਜਾਨ ਹੈ, ਸਰਵ ਵਿਆਪਕ ਹੈ। ਜੇ ਉਹ ਦੇਣ ਦੀ ਤਾਕਤ ਰੱਖਦਾ ਤਾਂ ਕੀ ਜਾਣਨ ਦੀ ਤਾਕਤ ਨਹੀਂ ਰੱਖਦਾ? ਸੋ ਮੰਗੀਏ ਤਾਂ ਉਹ, ਜੇ ਆਪਾਂ ਸੋਚੀਏ ਕਿ ਉਹਨੂੰ ਯਾਦ ਨਹੀਂ ਰਿਹਾ ਜਾਂ ਉਹਨੂੰ ਪਤਾ ਨਹੀਂਗਾ, ਤਾਂ ਮੰਗ ਅਸੀਂ ਜ਼ਰੂਰ ਮੰਗੀਏ। ਮਗਰ ਜੇ ਉਹ ਜਾਨੀ ਜਾਨ ਹੈ, ਠੀਕ ਹੈ, ਇਹਦੇ ਨਾਲ ਮਨ ਹਲਕਾ ਹੋ ਜਾਂਦਾ ਹੈਗਾ, ਸੋ ਉਸ ਤੱਕ ਤਾਂ ਠੀਕ ਹੈ। ਮਗਰ ਇਹ ਨਾ ਕਦੇ ਸੋਚੀਏ ਕਿ ਉਹਨੂੰ ਪਤਾ ਨਹੀਂਗਾ। ਦੇਊਗਾ ਉਹੀ ਜੋ ਸਾਡੇ ਹਿੱਤ ਵਿੱਚ ਹੈ, ਸਾਡੇ ਫਾਇਦੇ ਵਿੱਚ। ਹਜ਼ੂਰ, ਮਾਈ ਸੈਕਿੰਡ ਕੁਐਸਚਨ ਇਜ਼, ਮੈਨੂੰ ਕਈ ਵਾਰ ਐਵੇਂ ਲੱਗਦਾ ਕਿ ਆਈ ਐਮ ਵੈਰੀ ਸੌਫਟ ਹਾਰਟਡ, ਤੇ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਕੀ ਸੌਫਟ ਹਾਰਟਡ ਰਹਿਣਾ ਸਹੀ ਗੱਲ ਹੈ? ਬੇਟਾ ਦੋਨਾਂ 'ਚ ਇੱਕ ਦੇਖੋ, ਯੂ ਕੈਨ ਬੀ ਸੈਂਸਿਟਿਵ ਹੋਣਾ ਬਹੁਤ ਚੰਗਾ ਹੈ, ਹੋਣਾ ਚਾਹੀਦਾ ਸੈਂਸਿਟਿਵ। ਮਗਰ ਇਹਦਾ ਇਹ ਮਤਲਬ ਨਹੀਂਗਾ ਕਿ ਆਂਦਾ ਜਾਂਦਾ ਸਾਡੇ ਉੱਤੋਂ ਤੁਰ ਕੇ ਚਲੇ ਜਾਵੇ। ਸੈਂਸਿਟਿਵਿਟੀ ਤਾਂ, ਜੇ ਅਸੀਂ ਸੈਂਸਿਟਿਵ ਨਹੀਂ ਹੋਵਾਂਗੇ ਤਾਂ ਅਸੀਂ ਦੂਜੇ ਦਾ ਦੁੱਖ ਦਰਦ ਕਿਵੇਂ ਸਮਝਾਂਗੇ ਬੇਟਾ? ਮਗਰ ਇੰਨਾ ਵੀ ਆਪਾਂ ਆਪਣੇ ਆਪ ਨੂੰ ਨਾ ਬਣਾ ਲਈਏ ਕਿ ਅਸੀਂ ਬਿਲਕੁਲ ਹੀ ਕਿਸੇ ਨੇ ਹੱਥ ਵੀ ਲਾਇਆ ਤਾਂ ਰੋਣਾ ਸ਼ੁਰੂ ਕਰ ਦਈਏ ਬੇਟਾ। ਜੀ ਸਰ, ਥੈਂਕ ਯੂ। ਹਜੂਰ ਜੀ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪਿਛਲੇ 16 ਸਾਲ ਤੋਂ ਮੇਰੇ ਤੋਂ ਸੇਵਾ ਲੈ ਰਹੇ ਹੋ ਔਰ ਪਰਿਵਾਰ ਨੂੰ ਆਪਣੇ ਚਰਨਾਂ ਦੇ ਵਿੱਚ ਲਗਾ ਕੇ ਰੱਖਿਆ ਹੈਗਾ। ਹਜੂਰ ਜੀ, ਅੱਜ ਤੋਂ ਕਾਫੀ ਸਾਲ ਪਹਿਲੇ ਈਵਨ ਉਸ ਟਾਈਮ ਨਾਮਦਾਨ ਦੀ ਬਖਸ਼ਿਸ਼ ਵੀ ਨਹੀਂ ਹੋਈ ਸੀਗੀ। ਆਪ ਜੀ ਦੀ ਇੰਨੀ ਦਇਆ ਮਿਹਰ ਸੀਗੀ ਕਿ ਰਾਤ ਨੂੰ ਸੌਣ ਤੋਂ ਪਹਿਲੇ ਮੈਂ ਜਦੋਂ ਵੀ ਜਿਸ ਵੀ ਪਾਤਸ਼ਾਹੀ ਨੂੰ ਯਾਦ ਕਰਦਾ ਸੀਗਾ, ਜਿਸ ਤਰ੍ਹਾਂ ਮਹਾਰਾਜ ਜੀ ਨੂੰ ਬੇਨਤੀ ਕਰਨੀ ਜਾਂ ਵੱਡੇ ਮਹਾਰਾਜ ਜੀ ਨੂੰ, ਔਰ ਈਵਨ ਇੱਥੋਂ ਤੱਕ ਕਿ ਸਵਾਮੀ ਜੀ ਮਹਾਰਾਜ ਜੀ ਨੂੰ ਵੀ ਜਦੋਂ ਮੈਂ ਬੇਨਤੀ ਕਰਦਾ ਸੀਗਾ, ਔਰ ਉਹ ਵੀ ਰਾਤ ਨੂੰ ਸੁਪਨੇ ਦੇ ਵਿੱਚ ਆ ਜਾਂਦੇ ਸੀਗੇ। ਹਜੂਰ ਜੀ ਕੀ ਉਹ ਜੋ ਨਜ਼ਾਰੇ ਦੁਆਰਾ ਮਿਲ ਸਕਦੇ ਆ ਪਲੀਜ਼? ਬੇਟਾ ਦੇਖੋ, ਪਹਿਲਾਂ ਇੱਕ ਚਾਹ ਹੁੰਦਾ ਹੈਗਾ, ਮਨ ਵਿੱਚ ਇੱਕ ਇੱਛਾ ਹੁੰਦੀ ਹੈ, ਔਰ ਉਸ ਚਾਹ ਵਿੱਚ ਇੱਕ ਤੜਫ ਵੀ ਹੁੰਦੀ ਹੈ। ਨਾਮਦਾਨ ਲੈ ਲਿਆ, ਭਾਵੇਂ ਜਿੰਨਾ ਮਰਜ਼ੀ ਅਸੀਂ ਕਹੀਏ, ਸਾਡੇ ਤੋਂ ਜਿੰਨਾ ਕਰਨਾ ਚਾਹੀਦਾ ਹੁੰਦਾ ਨਹੀਂਗਾ ਬੇਟਾ। ਇਸ ਕਰਕੇ ਬੇਟਾ ਮਾਲਿਕ ਤਾਂ ਕੋਈ ਵਾਪਸ ਚੀਜ਼ ਨਹੀਂ ਲੈਂਦਾ, ਉਹਨੇ ਜੋ ਦਿੱਤਾ ਉਹਨੇ ਦੇਤਾ। ਸਾਡਾ ਧਿਆਨ ਭਟਕ ਜਾਂਦਾ ਹੈ, ਫਿਕਰ ਹੈਗੇ ਹੈ, ਜ਼ਿੰਮੇਵਾਰੀਆਂ ਹੈਗੀਆਂ। ਸੋ ਜੇ ਆਪਾਂ ਫੋਕਸ ਲਿਆਵਾਂਗੇ, ਉਹੀ ਅਵਸਥਾ ਫੇਰ ਆ ਜਾਊਗੀ। ਮਕਸਦ ਹੀ ਭਜਨ ਸਿਮਰਨ ਦਾ ਇਹ ਹੈ ਕਿ ਸਾਨੂੰ ਦਰਸ਼ਨ ਚੰਗੀ ਤਰ੍ਹਾਂ ਹੋਣ ਬੇਟਾ। ਜੀ ਸਰ। ਔਰ ਦੂਸਰਾ ਸਰ, ਹਜੂਰ ਜੀ, ਕਿ ਆਪ ਜੀ ਨੇ ਹਮੇਸ਼ਾ ਸੱਚ ਦੇ ਰਸਤੇ ਤੇ ਹੀ ਚੱਲਣ ਦਾ ਮਾਰਗ ਦੱਸਿਆ ਹੈ ਔਰ ਅਸੀਂ ਚੱਲਦੇ ਵੀ ਹੈ। ਔਰ ਕੁਝ ਟਾਈਮ ਪਹਿਲੇ ਕੁਝ 4-5 ਝੂਠੇ ਲੋਕ ਮਿਲ ਕੇ ਉਹਨਾਂ ਨੇ ਕੁਝ ਸੱਚ ਨੂੰ ਦੱਬਣ ਦੀ ਕੋਸ਼ਿਸ਼ ਕੀਤੀ, ਔਰ ਇਸ ਦੇ ਬਾਰੇ ਥੋੜ੍ਹਾ ਜਿਹਾ ਖੋਲ੍ਹ ਕੇ ਸਮਝਾਓ। ਬੇਟਾ ਦੇਖੋ, ਦੁਨੀਆ ਵਿੱਚ ਉਤਾਰ ਚੜਾਵ ਤਾਂ ਹੋਊਗਾ ਜੀ। ਆਪਾਂ ਜੇ ਇਹ ਸੋਚੀਏ ਨਾ ਕਿ ਇੱਥੇ ਸਾਰਾ ਕੁਝ ਹੀ ਚੰਗਾ ਹੋਊਗਾ, ਮਾੜਾ ਨਹੀਂ ਹੋਣਾ, ਤਾਂ ਇਸ ਤਰ੍ਹਾਂ ਤੇ ਨਹੀਂ ਗੀ। ਧੁੱਪ ਦੀ ਆਪਣੀ ਜਗ੍ਹਾ ਹੈਗੀ ਹੈ ਤਾਂ ਬਾਰਿਸ਼ ਦੀ ਆਪਣੀ ਜਗ੍ਹਾ ਹੈਗੀ ਹੈ। ਇਹਨਾਂ ਚੀਜ਼ਾਂ ਦੇ ਬਾਵਜੂਦ ਆਪਾਂ ਕਰਨਾ ਸਾਰਾ ਕੁਝ। ਅਸੀਂ ਸੋਚਦੇ ਜਦੋਂ ਸਾਰਾ ਕੁਝ ਠੀਕ ਹੋ ਗਿਆ ਫੇਰ ਚੱਲਾਂਗੇ ਬੇਟਾ। ਸੋ ਆਪਾਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ, ਉੱਥੇ ਹੀ ਆਪਣੀ ਮੈਚਿਓਰਿਟੀ ਸਾਹਮਣੇ ਆਊਗੀ ਬੇਟਾ। ਜੇ ਆਪਾਂ ਡੋਲ ਜਾਾਂਗੇ ਤਾਂ ਕਰਮ ਵਧਣਗੇ, ਜੇ ਸਹੀ ਰਸਤਾ ਅਪਣਾਵਾਂਗੇ ਤਾਂ ਮਾਲਿਕ ਹਰੇਕ ਚੀਜ਼ 'ਚੋਂ ਸਾਨੂੰ ਕੱਢ ਕੇ ਲੈ ਜਾਊਗਾ ਬੇਟਾ। ਔਰ ਬਾਬਾ ਜੀ, ਹਮੇਸ਼ਾ ਮੇਰੇ ਪਰਿਵਾਰ ਨੂੰ ਆਪਣੇ ਚਰਨਾਂ ਦੇ ਵਿੱਚ ਲਗਾ ਕੇ ਰੱਖਿਓ ਔਰ ਆਪਣੀ ਦਇਆ ਮਿਹਰ ਦੀ ਬਖਸ਼ਿਸ਼ ਕਰਿਓ। थैंक यू बाबा जी फॉर एवरीथिंग। तंदुरुस्ती बख्शना, पेरेंट्स को परमानत में लगाना, और माय पेरेंट्स आर वेरी वरीड फॉर माय मैरिज। वेरी वेरी नेचुरल।
बेटा हर एक माँ बाप को ये फिक्र होता ही है बच्चों के लिए। एंड इतनी स्ट्रेंथ, इतनी बल बख्शना कि मैं परमार्थ की, माँ बाप की सेवा जो स्कूल में बख्शी गई है वो अच्छे से कर सकूं, खुशी खुशी कर सकूं। नहीं बेटा, सोच तो आपकी सही है, मगर इसको करने में लाना है ना। माँ बाप को सबसे ज़्यादा फिक्र बच्चों का ही होता है। अगर आप अपने पैरों के ऊपर खड़ी होंगी, माँ बाप की सेवा करेंगी, तो अपने आप उनका फिक्र दूर हो जाएगा। जी। बाकी बाबा जी आपने बहुत खुश रखा हुआ है डेरे में। वी आर वेरी हैप्पी, किसी चीज़ की कमी नहीं है यहाँ पे। थैंक यू बाबा जी। सेल्फ रियलाइजेशन और गॉड्स रियलाइजेशंस, ये दो चीज़ क्या एक ही हो सकती है, और इसका एहसास कैसी होती होगी? बेटा एक के जरिए दूसरे तक पहुंचेंगे, वैसे तो एक ही चीज़ है। सेल्फ रियलाइजेशन का क्या मतलब है? खुद को समझना। और जब खुद को समझ गए, एहसास हो गया कि हम उस परम पिता के हमारा कितना नज़दीकी रिश्ता है, तो गॉड रियलाइजेशन तो हो ही गई ना। सो सेल्फ रियलाइजेशन मुश्किल है, मगर एक बार सेल्फ रियलाइजेशन हो गई ना, तो अपने आप ही गॉड रियलाइजेशन हो जाएगी। बाबा जी दूसरी सवाल, 100% विश्वास और समर्पण भाव इस पद के लिए कैसे ला सकते हैं? बेटा पहली बात तो ये है, जब तक आप शरीर में हो 100% विश्वास तो हो नहीं सकता। जब तक शरीर में हो उतार चढ़ाव भी रहेगा, मन में शंका भी रहेगी, डाउट्स भी रहेंगे। मालिक ने ज़िंदगी इसीलिए दी है कि हम इनको पूरा कर सकें बेटा। और अगर हम भजन बंदगी के रास्ते पे चलेंगे, अंदर से जागृता आएगी। जागृता सिर्फ पढ़ने पढ़ाने से नहीं आएगी, जागृता आएगी ज्ञान ध्यान धुन जानिए अकथ कहावे सोए, वो शब्द के साथ जुड़ के, तब दायरा खुलेगा। दायरा खुलेगा तो ये चीज़ें समझ में आएंगी। अब तो दायरा ही अपना इतना छोटा है, अब उसमें छोटा बच्चा है, वो कितना समझा लोगे आप उसको? तो चाहने कहने के लिए हम बड़े हो गए हैं, मगर जो अपना दायरा है वो बच्चे से भी ज़्यादा छोटा है। परिवार पे दया महर कीजिएगा और हमें ताड़िएगा। बाबा जी, जब हम किसी नॉन फैमिली मेंबर से इमोशनली बहुत अटैच हो जाते हैं तो उसका क्या रीज़न होता है? बेटा हर एक चीज़ की एक हद होनी चाहिए। ये ठीक है कि प्यार में अटैचमेंट होगी, चाहे बच्चों के साथ है, चाहे माता पिता के साथ है, चाहे किसी यार दोस्त के साथ है, किसी के भी साथ है, मगर उसको हद से अगर आप आगे लेके जाओगे तो फिर रिएक्शन होगा। ठीक है ना? तो जिंदगी में एक बैलेंस रखना चाहिए बेटा। बैलेंस रहेगा, हर एक रिश्ते से आपको पॉजिटिव वाइब्रेशंस मिलेंगी। हद से बढ़ेंगी वो कभी पूरा नहीं हो सकता, क्योंकि जो आपकी उम्मीद है वो कभी पूरी नहीं होगी, जो आप चाहती हैं उस रिश्ते से, तो फिर तो दुख होगा ना। बाबा जी, आपने स्कूल में जो सेवा बख्शी है, क्या वो मेरे ही कर्मों का फल है? नहीं बेटा, देखो मालिक ने तो जिस अवस्था में रखा है, हमने अपनी जिम्मेवारी पूरी करनी है। ठीक है ना? सो ये मौका हर एक को भी नहीं मिलता बेटा ऐसी अवस्था का। तो अगर मालिक ने बख्शिश की है तो उसको अच्छी तरह निभाएं। हम क्यों इन चीज़ों में पढ़ते हैं कि मेरे को मिली है, किसी और को मिली है? जो भी मिला है उसकी कदर करें और उससे खुशी हासिल करके उसके हुक्म में रहने की कोशिश करें। जी बाबा जी, थैंक यू। जी हाँ, जैसा कि आपने सुना, यहाँ सवाल जवाब का सिलसिला चलता रहता है, जिसका पूरा वीडियो तो हम आपको अपनी नीतियों के कारण नहीं दिखा सकते, लेकिन वीडियो को देखने के लिए लिंक हमने नीचे डिस्क्रिप्शन में भी दिया है। जी हाँ, हमारी वीडियो आपको कैसी लगी कमेंट करके जरूर बताएं। हर वीडियो को देखने के लिए हमारे चैनल को सब्सक्राइब